ਸ਼੍ਰੀ ਅਕਾਲ ਜੀ ਸਾਰਿਆਂ ਨੂੰ। This is the third lecture of computer programming using C language, in which we are going to start with the C programming. So starting onwards with the content of this lecture. So ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਾਂਗੇ ਜੀ introduction to C language, then features of C language, then case sensitivity, then data types, then operators available in C language, then some of the input output functions used in C language. So starting with the introduction to the C language, C is a procedural programming language that was developed by Dennis Ritchie in 1972 at Bell Laboratories in USA. So C language basically ਸਭ ਤੋਂ ਜ਼ਿਆਦਾ ਪਾਵਰਫੁਲ ਤੇ ਫਲੈਕਸੀਬਲ ਪ੍ਰੋਗਰਾਮਿੰਗ ਲੈਂਗੁਏਜ ਕੰਸੀਡਰ ਕੀਤੀ ਜਾਂਦੀ ਹੈ ਜਿਹੜੀ ਕਿ ਆਪਾਂ ਯੂਜ਼ ਕਰਦੇ ਹਾਂ in order to design softwares like operating systems, databases, compilers and so on. So in the late 70s ਜਿਹੜੀ C ਲੈਂਗੁਏਜ ਹੈ ਉਹਨੇ ਕਈ ਪਿਛਲੀਆਂ ਜਿਹੜੀਆਂ ਪਹਿਲਾਂ ਲੈਂਗੁਏਜਸ ਸੀਗੀਆਂ ਸੀ ਤੋਂ ਪਹਿਲਾਂ ਉਹਨਾਂ ਨੂੰ ਰਿਪਲੇਸ ਕੀਤਾ ਸੀ ਬਿਕੋਜ਼ ਆਫ ਇਟਸ ਫੀਚਰਸ ਜਿਹੜੇ ਕਿ ਫਲੈਕਸੀਬਿਲਿਟੀ, ਰਿਲਾਇਬਿਲਿਟੀ ਤੇ ਇੱਕ ਬਹੁਤ ਈਜ਼ੀਐਸਟ ਵੇ ਹੈ, ਕਨਵੀਨੀਅੰਟ ਵੇ ਹੈ ਇਸ ਲੈਂਗੁਏਜ ਨੂੰ ਇੰਪਲੀਮੈਂਟ ਕਰਨ ਦਾ। ਇਹਨਾਂ ਫੀਚਰਸ ਦੇ ਕਰਕੇ ਜਿਹੜੀਆਂ ਇਹ ਤੋਂ ਪਹਿਲਾਂ ਲੈਂਗੁਏਜਸ ਆਉਂਦੀਆਂ ਸੀਗੀਆਂ, ਜਿੰਨੇ ਵੀ ਪ੍ਰੋਗਰਾਮਰਸ ਸੀ ਉਹਨਾਂ ਲੈਂਗੁਏਜਸ ਨੂੰ ਛੱਡ ਕੇ ਸਾਰੇ ਸੀ ਪ੍ਰੋਗਰਾਮਿੰਗ ਲੈਂਗੁਏਜ 'ਤੇ ਸ਼ਿਫਟ ਕਰ ਗਏ ਸੀ। ਦੈਨ ਫੀਚਰਸ ਆਫ ਦੀ ਸੀ ਲੈਂਗੁਏਜ, ਫੀਚਰਸ ਆਫ ਦੀ ਸੀ ਲੈਂਗੁਏਜ ਦੇ ਵਿੱਚ ਸਭ ਤੋਂ ਪਹਿਲਾ ਫੀਚਰ ਇਹ ਹੈ ਵੀ ਇਹ ਫਾਸਟ ਐਂਡ ਐਫੀਸ਼ੀਐਂਟ ਹੈ, ਪੋਰਟੇਬਲ ਹੈ, function rich libraries, modularity, easy to extend, and variety of data types and powerful operators. ਸੋ ਸਭ ਤੋਂ ਪਹਿਲਾਂ ਦੇਖਾਂਗੇ ਜੀ ਆਪਾਂ ਪੋਰਟੇਬਿਲਿਟੀ। ਪੋਰਟੇਬਿਲਿਟੀ ਦਾ ਕੀ ਮਤਲਬ ਹੈ? ਆਪਾਂ ਪ੍ਰੋਗਰਾਮ ਇੱਕ ਮਸ਼ੀਨ 'ਤੇ ਡਿਵੈਲਪ ਕੀਤਾ, ਡਿਜ਼ਾਈਨ ਕੀਤਾ, ਉਸੇ ਪ੍ਰੋਗਰਾਮ ਨੂੰ ਆਪਾਂ ਜੇ ਦੂਸਰੀ ਮਸ਼ੀਨ 'ਤੇ ਰਨ ਕਰਨਾ ਹੈ ਤਾਂ ਉਹ ਈਜ਼ੀਲੀ ਆਪਾਂ ਇੱਕ ਮਸ਼ੀਨ ਤੋਂ ਦੂਜੀ ਮਸ਼ੀਨ ਤੱਕ ਉਸ ਪ੍ਰੋਗਰਾਮ ਨੂੰ ਟ੍ਰਾਂਸਫਰ ਕਰ ਸਕਦੇ ਹਾਂ ਯੂਜ਼ਿੰਗ ਪੈਨ ਡਰਾਈਵ ਔਰ ਐਨੀ ਅਦਰ ਮੀਨਸ। ਸੋ ਇਹ ਬਹੁਤ ਪੋਰਟੇਬਲ ਲੈਂਗੁਏਜ ਹੈ ਜਿਹਦੇ ਵਿੱਚ ਆਪਾਂ ਇੱਕ ਥਾਂ ਤੋਂ ਪ੍ਰੋਗਰਾਮ ਨੂੰ ਦੂਜੀ ਥਾਂ 'ਤੇ ਟ੍ਰਾਂਸਫਰ ਕਰ ਸਕਦੇ ਹਾਂ। ਸੈਕਿੰਡ ਵਨ ਇਜ਼ ਕੀਵਰਡਸ। ਸੀ ਲੈਂਗੁਏਜ ਦੇ ਵਿੱਚ ਵਰਾਇਟੀ ਆਫ ਕੀਵਰਡਸ ਹੈ। ਕੀਵਰਡਸ ਮੀਨਸ ਰਿਜ਼ਰਵਡ ਵਰਡਸ। ਇਹਨਾਂ ਦੀਆਂ ਕੁਝ ਐਗਜ਼ਾਮਪਲਸ ਜਿਹੜੀਆਂ ਮੈਂ ਹੁਣ ਡਿਸਕਸ ਕਰਨ ਲੱਗਿਆ ਹਾਂ। ਰਿਜ਼ਰਵਡ ਵਰਡਸ ਮੀਨਸ ਪ੍ਰੀ ਡਿਫਾਈਨਡ ਵਰਡਸ, ਜਿਨ੍ਹਾਂ ਦੇ ਮੀਨਿੰਗਸ ਆਪਾਂ ਨੂੰ ਐਕਸਪਲੇਨ ਕਰਨ ਦੀ ਲੋੜ ਨਹੀਂ ਪੈਂਦੀ, ਉਹਨਾਂ ਦੇ ਮੀਨਿੰਗਸ ਆਲਰੇਡੀ ਐਕਸਪਲੇਨਡ ਹੈ ਵਾਈਲ ਡਿਵੈਲਪਿੰਗ ਦੀ ਸੀ ਲੈਂਗੁਏਜ। ਠੀਕ ਹੈ। ਸੋ ਕੁਝ ਜਿਹੜੇ ਕੀਵਰਡਸ ਨੇ ਲਾਈਕ if else, while, to while, structure, union, for, switch and so on, ਹੋਰ ਬਹੁਤ ਕੀਵਰਡਸ ਜਿਹੜੇ ਨੇ ਉਹ ਅਵੇਲੇਬਲ ਨੇ ਸੀ ਲੈਂਗੁਏਜ ਦੇ ਵਿੱਚ। ਸੋ ਉਹ ਤੋਂ ਬਾਅਦ ਜਿਹੜਾ ਥਰਡ ਫੀਚਰ ਹੈ ਉਹ ਹੈ ਵੇਰੀਏਬਲਸ ਦਾ। ਸੋ ਸੀ ਲੈਂਗੁਏਜ ਦੇ ਵਿੱਚ ਜਿਹੜੇ ਵੇਰੀਏਬਲਸ ਹੈ ਉਹ ਬਹੁਤ ਜ਼ਿਆਦਾ ਇੰਪੋਰਟੈਂਸ ਰੱਖਦੇ ਆ। ਬੇਸਿਕਲੀ ਵੇਰੀਏਬਲ ਹੈ ਕੀ ਹੈ? ਇੱਕ ਨਾਮ ਹੈ ਜਿਹੜਾ ਕਿ ਆਪਾਂ ਮੈਮਰੀ ਲੋਕੇਸ਼ਨ ਨੂੰ ਅਸਾਈਨ ਕਰਦੇ ਹਾਂ ਬਿਫੋਰ ਸਟੋਰਿੰਗ ਐਨੀ ਵੈਲਿਊ ਟੂ ਐਨੀ ਆਫ ਦੀ ਮੈਮਰੀ ਲੋਕੇਸ਼ਨ। ਜਦੋਂ ਵੀ ਆਪਾਂ ਕੋਈ ਮੈਥਮੈਟੀਕਲ ਆਪਰੇਸ਼ਨ, ਸਿੰਪਲ ਟਰਮਸ ਦੇ ਵਿੱਚ ਜਦੋਂ ਵੀ ਆਪਾਂ ਕੋਈ ਮੈਥਮੈਟੀਕਲ ਆਪਰੇਸ਼ਨ ਪਰਫੋਰਮ ਕਰਨਾ ਹੁੰਦਾ ਹੈ ਤਾਂ ਆਪਾਂ ਕੁਝ ਵੈਲਿਊਜ਼ ਨੂੰ ਇਨਪੁਟ ਕਰਵਾਉਂਦੇ ਹਾਂ। ਸੋ ਵੈਲਿਊਜ਼ ਇਨਪੁਟ ਕਰਵਾਉਣ ਤੋਂ ਪਹਿਲਾਂ ਆਪਾਂ ਉਸ ਮੈਮਰੀ ਲੋਕੇਸ਼ਨ ਨੂੰ ਇੱਕ ਨਾਮ ਅਸਾਈਨ ਕਰਦੇ ਹਾਂ ਜਿਹਨੂੰ ਆਪਾਂ ਵੇਰੀਏਬਲ ਦੇ ਨਾਲ ਅਸਾਈਨ ਕਰਦੇ ਹਾਂ। ਸੋ ਨੈਕਸਟ ਹੈ ਆਪਣੇ ਕੋਲੇ ਲਾਇਬ੍ਰੇਰੀ ਫੰਕਸ਼ਨਸ। ਸੋ ਸੀ ਲੈਂਗੁਏਜ ਦੇ ਕੋਲ ਵਰਾਇਟੀ ਆਫ ਲਾਇਬ੍ਰੇਰੀ ਫੰਕਸ਼ਨਸ ਹੈ। ਕੁਝ ਐਗਜ਼ਾਮਪਲਸ ਜਿਵੇਂ printf, scanf, getch, getche, getchar, putchar। ਸੋ ਇੱਦਾਂ ਹੀ ਹੋਰ ਬਹੁਤ ਤਰ੍ਹਾਂ ਦੇ ਸਟੈਂਡਰਡ ਲਾਇਬ੍ਰੇਰੀ ਫੰਕਸ਼ਨਸ ਜਿਹੜੇ ਕਿ ਸੀ ਲੈਂਗੁਏਜ ਦੇ ਵਿੱਚ ਅਵੇਲੇਬਲ ਨੇ। ਦੈਨ ਆਫਟਰ ਦੈਟ ਵੀ ਹੈਵ ਲਾਸਟ ਫੀਚਰ ਦੈਟ ਵੀ ਆਰ ਗੋਇੰਗ ਟੂ ਡਿਸਕਸ ਇਜ਼ ਫਾਸਟਰ ਐਕਸੀਕਿਊਸ਼ਨ। ਸੋ ਜਿਹੜੇ ਪ੍ਰੋਗਰਾਮ ਆਪਾਂ ਸੀ ਲੈਂਗੁਏਜ ਦੇ ਵਿੱਚ ਲਿਖਦੇ ਹਾਂ ਉਹਨਾਂ ਦੀ ਜਿਹੜੀ ਐਕਸੀਕਿਊਸ਼ਨ ਹੈ, ਐਗਜ਼ੀਕਿਊਸ਼ਨ ਮੀਨਸ ਉਹਨਾਂ ਨੂੰ ਕੰਪਾਈਲ ਕਰਨਾ ਅਤੇ ਉਹਨਾਂ ਨੂੰ ਐਕਸੀਕਿਊਟ ਕਰਨਾ, ਉਹਦੀ ਜਿਹੜੀ ਸਪੀਡ ਹੈ ਉਹ ਮਚ ਫਾਸਟਰ ਹੈ ਐਜ਼ ਕੰਪੇਅਰ ਟੂ ਦੀ
other languages or execution speed of the other languages. ठीक है जी. Then we are going to start with the case sensitivity. What is case sensitivity? C language basically case sensitive language है. केस सेंसिटिव लैंग्वेज का मतलब ये है भी एक डिस्टिंग्विश क्रिएट करती है बिटवीन अपर केस ਲੈਟਰ ਐਂਡ ਲੋਅਰ ਕੇਸ ਲੈਟਰ. ਜਿਹੜੇ ਵੀ ਆਪਾਂ ਉਹਦੇ ਵਿੱਚ ਵਰਡਸ ਲਿਖਦੇ ਹਾਂ, ਜੇ ਆਪਾਂ ਉਹਨੂੰ ਸਮੌਲ ਲੈਟਰਸ ਨਾਲ ਲਿਖ ਰਹੇ ਹਾਂ ਜਾਂ ਅਪਰ ਕੇਸ ਲੈਟਰਸ ਨਾਲ ਲਿਖ ਰਹੇ ਹਾਂ ਤਾਂ ਉਹਨਾਂ ਦੇ ਵਿੱਚ ਡਿਫਰੈਂਸ ਹੋਏਗਾ. ਸੋ ਜਿਹੜੇ ਇਹਦੇ ਪ੍ਰੀ ਡਿਫਾਈਨਡ ਫੰਕਸ਼ਨਸ ਨੇ, ਫॉर एग्जांपल ਇਸ ਸਲਾਈਡ ਦੇ ਵਿੱਚ ਸ਼ੋ ਕੀਤਾ ਹੋਇਆ ਸਕੈਨਐਫ. ਸਕੈਨਐਫ ਇੱਕ ਇਨਪੁਟ ਫੰਕਸ਼ਨ ਹੈ. ਤੁਸੀਂ ਉਹਦੇ ਵਿੱਚ ਦੇਖੋ ਜੀ, ਜਿਹੜਾ ਸਕੈਨਐਫ ਉਹਨੇ ਲਿਖਿਆ ਹੈ ਉਹ ਬੇਸਿਕਲੀ ਵਿਦ ਲੋਅਰ ਕੇਸ ਲੈਟਰਸ ਹੈ. ਸੋ ਜੇ ਆਪਾਂ ਇਹਨੂੰ ਅਪਰ ਕੇਸ ਲੈਟਰਸ ਦੇ ਨਾਲ ਲਿਖ ਦਾਂਗੇ ਤਾਂ ਉਹ ਉਹਨੂੰ ਰਿਕਗਨਾਈਜ਼ ਨਹੀਂ ਕਰ ਪਾਏਗਾ, ਬਿਕੋਜ਼ ਸੀ ਇੱਕ ਕੇਸ ਸੈਂਸਿਟਿਵ ਲੈਂਗੁਏਜ ਹੈ ਜਿਹਦੇ ਵਿੱਚ ਇੱਕ ਡਿਫਰੈਂਸ ਕ੍ਰੀਏਟ ਕੀਤਾ ਗਿਆ ਹੈ ਬਿਟਵੀਨ ਅਪਰ ਕੇਸ ਲੈਟਰ ਐਂਡ ਲੋਅਰ ਕੇਸ ਲੈਟਰ. ਉਸ ਤੋਂ ਬਾਅਦ ਨੈਕਸਟ ਸਲਾਈਡ ਆਪਾਂ ਨੂੰ ਹੈ ਰਿਪਰੈਜ਼ੈਂਟ ਕਰੀਏ ਅਬਾਊਟ ਦੀ ਡਾਟਾ ਟਾਈਪਸ. ਹੁਣ ਡਾਟਾ ਟਾਈਪਸ ਦਾ ਕੀ ਮਤਲਬ ਹੈ? ਜਦੋਂ ਵੀ ਮੈਂ ਤੁਹਾਨੂੰ ਦੱਸਿਆ ਕੋਈ ਵੀ ਮੈਥਮੈਟੀਕਲ ਆਪਰੇਸ਼ਨ ਪਰਫਾਰਮ ਕਰਵਾਉਣਾ ਹੈ, ਫॉर एग्जांपल ਵੀ ਹੈਵ ਟੂ ਐਡ 2 ਨੰਬਰਸ. ਸੋ 2 ਨੰਬਰਸ ਨੂੰ ਐਡ ਕਰਨ ਵਾਸਤੇ ਆਪਾਂ ਨੂੰ ਸਭ ਤੋਂ ਪਹਿਲਾਂ 2 ਨੰਬਰਸ ਇਨਪੁਟ ਕਰਵਾਉਣੇ ਪੈਣਗੇ ਜਿਨ੍ਹਾਂ 'ਤੇ ਮੈਂ ਐਡੀਸ਼ਨਲ ਆਪਰੇਸ਼ਨ ਨੂੰ ਪਰਫਾਰਮ ਕਰਨਾ ਹੈ. ਸੋ ਜਿਹੜੇ ਮੈਂ ਵੈਲਿਊਜ਼ ਇਨਪੁਟ ਕਰਵਾ ਰਿਹਾ ਹਾਂ ਉਹ ਵੈਲਿਊਜ਼ ਦੀ ਟਾਈਪ ਕੀ ਹੈ? ਟਾਈਪ ਮੀਨਸ ਜਿਹੜੇ 2 ਨੰਬਰਸ 'ਤੇ ਮੈਂ ਐਡੀਸ਼ਨ ਆਪਰੇਸ਼ਨ ਪਰਫਾਰਮ ਕਰਨਾ ਹੈ ਉਹ ਨੰਬਰਸ ਵਿਦ ਡੈਸੀਮਲ ਪੁਆਇੰਟ ਨੇ ਜਾਂ ਵਿਦਾਊਟ ਡੈਸੀਮਲ ਪੁਆਇੰਟ ਨੇ. ਸੋ ਉਹਨਾਂ ਦੇ ਬੇਸਿਸ 'ਤੇ ਜਿਹੜਾ ਵੀ ਆਪਾਂ ਡਾਟਾ ਇਨਪੁਟ ਕਰਵਾਉਂਦੇ ਹਾਂ ਉਹਨਾਂ ਦੀਆਂ ਡਿਫਰੈਂਟ ਟਾਈਪਸ ਨੇ, ਠੀਕ ਹੈ, ਜਿਹੜੀਆਂ ਕਿ ਆਪਾਂ ਅੱਗੇ ਡਿਸਕਸ ਕਰਾਂਗੇ. ਸੋ ਉਹਨਾਂ ਦੇ ਵਿੱਚੋਂ ਕੁਝ ਜਿਹੜੀਆਂ ਕਾਮਨ ਡਾਟਾ ਟਾਈਪਸ ਹੈ ਜਿਹੜੀਆਂ ਆਪਾਂ ਯੂਜ਼ ਕਰਦੇ ਹਾਂ ਉਹਨੇ ਇੰਟੀਜਰ ਡਾਟਾ ਟਾਈਪ ਉਹ ਹੈ ਜਿਹਦੇ ਵਿੱਚ ਆਪਾਂ ਵੈਲਿਊ ਇਨਪੁਟ ਕਰਾਉਂਦੇ ਹਾਂ ਵਿਦਾਊਟ ਡੈਸੀਮਲ ਪੁਆਇੰਟ. Then we have a float with decimal point. Then character means ਜਿਹਦੇ ਵਿੱਚ ਆਪਾਂ ਕੋਈ ਵੀ ਅਲਫਾਬੈਟ ਇਨਪੁਟ ਕਰਵਾਉਣਾ ਹੈ, ਠੀਕ ਹੈ. ਫॉर एग्जांपल ਕੋਈ ਬੁੱਕ ਦਾ ਡਾਟਾ ਹੈ. ਸੋ ਬੁੱਕ ਦੇ ਡਾਟੇ ਦੇ ਵਿੱਚ ਕੀ ਹੋਏਗਾ? ਬੁੱਕ ਦੇ ਪੇਜਸ ਹੋਣਗੇ. ਜਿੰਨੇ ਵੀ ਪੇਜਸ ਨੇ ਉਹ ਹਮੇਸ਼ਾ ਇੰਟੀਜਰ ਦੇ ਵਿੱਚ ਹੋਣਗੇ ਬਿਕੋਜ਼ ਪੇਜਸ ਕਦੇ ਵੀ ਪੁਆਇੰਟਸ ਨਹੀਂ ਹੁੰਦੇ. ਸੋ ਉਹਦਾ ਜਿਹੜਾ ਪ੍ਰਾਈਸ ਹੈ ਦੈਟ ਮੇ ਬੀ ਇਨ ਫਲੋਟ, ਠੀਕ ਹੈ, ਉਹ ਫਲੋਟ ਦੇ ਵਿੱਚ ਹੋ ਸਕਦਾ ਹੈ ਕਿਉਂਕਿ ਜਿਹੜਾ ਪ੍ਰਾਈਸ ਹੈ ਉਹ ਆਪਾਂ ਕੰਸੀਡਰ ਕਰ ਸਕਦੇ ਹਾਂ ਵੀ ਇਹ ਬੁੱਕ 200 ਰੁਪਏ ਦੀ ਹੈ, 200 ਰੁਪਏ 50 ਪੈਸੇ ਦੀ ਹੈ, 250 ਦੀ ਹੈ. ਉਹ ਇੰਟੀਜਰ ਵੈਲਿਊ ਵੀ ਹੋ ਸਕਦੀ ਹੈ, ਫਲੋਟ ਵੈਲਿਊ ਵੀ ਹੋ ਸਕਦੀ ਹੈ. ਉਦੋਂ ਬਾਅਦ ਜਿਹੜਾ ਉਹਦਾ ਨਾਮ ਹੈ, ਉਹਦਾ ਨਾਮ ਬੇਸਿਕਲੀ ਇੱਕ ਸਟ੍ਰਿੰਗ ਹੈ. ਸਟ੍ਰਿੰਗ ਮੀਨਸ ਅ ਕੰਬੀਨੇਸ਼ਨ ਆਫ ਕਰੈਕਟਰਸ. ਸੋ ਉਹਦੀ ਜਿਹੜੀ ਟਾਈਪ ਹੋਏਗੀ ਦੈਟ ਵੁੱਡ ਕਮ ਅੰਡਰ ਦੀ ਕਰੈਕਟਰ ਡਾਟਾ, ਠੀਕ ਹੈ ਜੀ. ਸੋ ਇੱਦਾਂ ਜਿਹੜੇ ਵੀ ਆਪਾਂ ਡਾਟਾ ਇਨਪੁਟ ਕਰਵਾਉਂਦੇ ਹਾਂ ਸੀ ਲੈਂਗੁਏਜ ਦੇ ਵਿੱਚ ਉਹਦੀ ਕੋਈ ਨਾ ਕੋਈ ਜਿਹੜੀ ਟਾਈਪ ਹੈ ਉਹ ਆਪਾਂ ਨੂੰ ਡਿਫਾਈਨ ਕਰਨੀ ਪੈਂਦੀ ਹੈ ਪ੍ਰੋਗਰਾਮਿੰਗ ਦੇ ਵੇਲੇ. ਸੋ ਇਹਦੀਆਂ ਮੇਜਰ 4 ਕੈਟੇਗਰੀਜ਼ ਨੇ. ਸਭ ਤੋਂ ਪਹਿਲੀ ਪ੍ਰਾਇਮਰੀ ਕੈਟੇਗਰੀ, ਦੈਨ ਡਰਾਈਵਡ ਕੈਟੇਗਰੀ, ਦੈਨ ਯੂਜ਼ਰ ਡਿਫਾਈਨਡ ਕੈਟੇਗਰੀ ਐਂਡ ਫਾਈਨਲੀ ਐਮਪਟੀ ਕੈਟੇਗਰੀ. ਸੋ ਪ੍ਰਾਇਮਰੀ ਕੈਟੇਗਰੀ ਦੇ ਵਿੱਚ ਜਿਹੜੀਆਂ ਆਪਾਂ ਪ੍ਰੀਵੀਅਸਲੀ ਡਿਸਕਸ ਕੀਤੀਆਂ ਨੇ ਲਾਸਟ ਸਲਾਈਡ ਦੇ ਵਿੱਚ, integer data types, it contains floating point data types, it contains character data types. So derived ਦੇ ਵਿੱਚ ਆਪਣੇ ਕੋਲੇ ਆ ਜਾਂਦੀਆਂ ਨੇ arrays, functions, pointers ਜਿਹੜੇ ਕਿ ਆਪਾਂ ਅੱਗੇ ਨੈਕਸਟ ਲੈਕਚਰਸ ਦੇ ਵਿੱਚ ਡਿਸਕਸ ਕਰਾਂਗੇ ਜੀ. then we have a user defined data types ਜਿਹਦੇ ਵਿੱਚ structure ਆ ਜਾਂਦਾ ਹੈ, union ਆ ਜਾਂਦਾ ਹੈ, that also we will discuss in our further lectures. ਉਹਦੇ ਬਾਅਦ ਆਪਣੇ ਕੋਲ ਲਾਸਟ ਹੈ empty data type. empty means void. void means null data type. null means zero data type. ਇਹਦੀ ਜਿਹੜੀ ਵੈਲਿਊ ਹੈ ਬੇਸਿਕਲੀ ਜ਼ੀਰੋ ਹੁੰਦੀ ਹੈ. ਸੋ ਉਦੋਂ ਬਾਅਦ ਆ ਜਾਂਦੇ ਹੈ ਜੀ ਆਪਣੇ ਕੋਲ ਆਪਰੇਟਰਸ. ਹੁਣ ਆਪਰੇਟਰ ਕੀ ਹੈ? ਆਪਰੇਟਰ ਬੇਸਿਕਲੀ ਇੱਕ ਸਿੰਬਲ ਹੈ ਜਿਹੜਾ ਕਿ ਕੰਪਾਈਲਰ ਨੂੰ ਇੰਸਟਰਕਸ਼ਨ ਦਿੰਦਾ ਹੈ ਟੂ ਪਰਫਾਰਮ certain mathematical means like addition, subtraction or any other calculation related to any other calculation या फिर कोई लॉजिकल मैनिपुलेशन उस डाटा ਤੇ ਕਰਨੀ ਹੋਵੇ. ਇੱਕ ਸਿੰਬਲ ਜਿਹੜਾ ਕਿ ਕੰਪਾਈਲਰ ਨੂੰ ਗਾਈਡ ਕਰਦਾ ਹੈ, ਠੀਕ ਹੈ. ਐਗਜ਼ਾਮਪਲ x equal to a plus b into c. ਸੋ ਇਹਦੇ ਵਿੱਚ ਇੱਕ ਪਲੱਸ ਤੇ ਇੱਕ ਮਲਟੀਪਲਾਈ ਜਿਹੜੇ ਆ ਦੋ ਸਿੰਬਲਸ ਯੂਜ਼ ਕੀਤੇ ਨੇ ਇਹਨਾਂ ਨੂੰ ਆਪਾਂ ਆਪਰੇਟਰਸ ਦੇ ਨਾਲ ਡਿਫਾਈਨ ਕਰਦੇ ਹਾਂ, ਜਿਹੜਾ ਕਿ ਇੱਕ ਐਡੀਸ਼ਨ ਦਾ ਆਪਰੇਸ਼ਨ ਪਰਫਾਰਮ ਕੀਤਾ ਜਾਏਗਾ ਤੇ ਨਾਲ
ਮਲਟੀਪਲੀਕੇਸ਼ਨ ਦਾ ਆਪਰੇਸ਼ਨ ਪਰਫਾਰਮ ਕੀਤਾ ਜਾਏਗਾ। ਸੋ ਆਪਰੇਟਰਸ ਦੀਆਂ ਤਿੰਨ ਕੈਟੇਗਰੀਜ਼ ਨੇ ਮੇਨ, ਬਾਈਨਰੀ, ਯੂਨਰੀ, ਐਡੀਸ਼ਨਲ। ਸੋ ਬਾਈਨਰੀ ਦੇ ਅੰਡਰ ਆਪਣੇ ਕੋਲ ਕੁਝ ਸਬ ਕੈਟੇਗਰੀਜ਼ ਨੇ ਲਾਈਕ ਅਰਿਥਮੈਟਿਕ, ਰਿਲੇਸ਼ਨਲ, ਲੌਜੀਕਲ, ਬਿਟਵਾਈਜ਼, ਅਸਾइनमेंट, special, or we can define it as miscellaneous operators also। So arithmetic operators ਦੇ ਅੰਡਰ ਆਪਣੇ ਕੋਲ ਸਭ ਤੋਂ ਪਹਿਲਾਂ basic operators ਆ ਜਾਂਦੇ ਨੇ like plus, minus, multiply, then divide, finally we have a modulus operator। ਉਸ ਤੋਂ ਬਾਅਦ we have a relational operator। relational operator ਦੇ ਵਿੱਚ ਆਪਣੇ ਕੋਲੇ less than equal to, greater than equal to, then we have equal to and not equal to। ਜਿਹਦੇ ਵਿੱਚ ਆਪਾਂ ਦੋ ਵੈਲਿਊਜ਼ ਨੂੰ ਜਦੋਂ ਕੰਪੇਅਰ ਕਰਨਾ ਹੁੰਦਾ ਹੈ, ਠੀਕ ਹੈ, ਉਹਦੇ ਵਿੱਚ ਕੇਸ ਦੇ ਵਿੱਚ ਆਪਾਂ ਰਿਲੇਸ਼ਨਲ ਆਪਰੇਟਰਸ ਨੂੰ ਯੂਜ਼ ਕਰਦੇ ਹਾਂ, ਠੀਕ ਹੈ। ਸੋ ਉਹਦੇ ਵਿੱਚ ਦੋ ਵੈਲਿਊਜ਼, ਫॉर एग्जांपल ਇੱਕ ਮੇਰੇ ਕੋਲ 5 ਹੈ, ਇੱਕ ਮੇਰੇ ਕੋਲ 7 ਹੈ, ਦੋਨਾਂ ਦੇ ਵਿੱਚੋਂ ਮੈਂ ਲਾਰਜੈਸਟ ਫਾਈਂਡ ਕਰਨਾ ਹੈ, ਤਾਂ ਉਹਦੇ ਵਿੱਚ ਮੈਂ ਜਿਹੜੇ ਆਪਰੇਟਰਸ ਯੂਜ਼ ਕਰਾਂਗਾ, ਰਿਲੇਸ਼ਨਲ ਆਪਰੇਟਰਸ ਯੂਜ਼ ਕਰਾਂਗਾ, ਜਿਹਦੇ ਨਾਲ ਮੈਂ ਕੰਪੇਅਰ ਕਰ ਸਕਦਾ ਹਾਂ ਵੈਦਰ ਐਕਸਸ greater than y or y is greater than x, ठीक है जी। सो सिमिलरली सारे रिलेशनल ऑपरेटर्स ਜਿਹੜੇ ਨੇ ਆਪਾਂ ਕੰਪੈਰੀਜ਼ਨ ਲਈ ਯੂਜ਼ ਕਰਦੇ ਹਾਂ। ਸੋ ਨੈਕਸਟ ਕੈਟੇਗਰੀ ਆਪਣੇ ਕੋਲੇ ਲੌਜੀਕਲ ਆਪਰੇਟਰਸ ਆ ਜਾਂਦੇ ਨੇ, ਜਿਹਦੇ ਵਿੱਚ ਲੌਜੀਕਲ ਐਂਡ, ਲੌਜੀਕਲ ਔਰ, ਲੌਜੀਕਲ ਨॉट ਆਪਰੇਟਰ ਹੈ। ਸੋ ਲੌਜੀਕਲ ਐਂਡ ਦੇ ਵਿੱਚ ਬੇਸਿਕਲੀ ਜੇ ਦੋਨੋਂ ਇਨਪੁਟਸ 1 ਹੈ ਤਾਂ ਆਪਣੇ ਕੋਲੇ ਆਊਟਪੁੱਟ ਟਰੂ ਹੋਏਗੀ, ਜੇ ਇੱਕ ਵੀ ਜਿਹੜੀ ਇਨਪੁਟ 1 नहीं है, दैट मीन्स दैट मीन्स 0 है, ਤਾਂ ਜਿਹੜੀ ਆਊਟਪੁੱਟ ਹੈ दैट वुड बी फॉल्स। क्लियर। सो ਜਿਹੜਾ ਆਪਣੇ ਕੋਲੇ ਔਰ ਆਪਰੇਟਰ ਹੈ, ਔਰ ਦੇ ਵਿੱਚ ਜੇ ਦੋਨੇ ਇਨਪੁਟਸ ਜਿਹੜੀਆਂ ਨੇ 0 ਨੇ, then your output would be false, otherwise for the rest of the cases ਜਿਹੜੀ ਤੁਹਾਡੀ ਆਊਟਪੁੱਟ ਹੈ that would be true। is it clear। so not ਦੇ ਵਿੱਚ ਕੀ ਹੋਏਗਾ, ਜੇ 1 ਹੈ ਤਾਂ 0, ਜੇ 0 ਹੈ ਤਾਂ 1। ਸੋ ਨੈਕਸਟ ਕੈਟੇਗਰੀ ਹੈ ਆਪਣੇ ਕੋਲੇ ਬਿਟ ਵਾਈਜ਼ ਆਪਰੇਟਰਸ ਦੀ। ਬਿਟ ਵਾਈਜ਼ ਆਪਰੇਟਰਸ ਦੇ ਵਿੱਚ ਆਪਣੇ ਕੋਲੇ ਬਿਟ ਵਾਈਜ਼ ਐਂਡ ਆਪਰੇਟਰ ਆ ਜਾਂਦਾ ਹੈ, ਬਿਟ ਵਾਈਜ਼ ਔਰ ਆਪਰੇਟਰ ਆ ਜਾਂਦਾ ਹੈ, ਬਿਟ ਵਾਈਜ਼ ਨॉट ਆਪਰੇਸ਼ਨ ਆ ਜਾਂਦਾ ਹੈ, ਬਿਟ ਵਾਈਜ਼ ਐਕਸ ਔਰ ਆਪਰੇਸ਼ਨ, ਬਿਟ ਵਾਈਜ਼ ਲੈਫਟ shift operator and bitwise right shift operator। and finally we have assignment operators। assignment operators ਕੀ ਹੈ, ਬੇਸਿਕਲੀ ਜਿਵੇਂ ਆਪਾਂ ਇਕੁਅਲ ਟੂ ਪਾਉਂਦੇ ਹਾਂ। ਇਕੁਅਲ ਟੂ ਦਾ ਮਤਲਬ ਕੀ ਹੈ, ਜੇ ਆਪਾਂ ਕੋਈ ਕੈਲਕੂਲੇਸ਼ਨ ਪਰਫਾਰਮ ਕੀਤੀ ਹੈ x plus y, ਸੋ ਉਸ ਕੈਲਕੂਲੇਸ਼ਨ ਦਾ ਜਿਹੜਾ ਰਿਜ਼ਲਟ ਹੈ, ਜੋ ਐਡੀਸ਼ਨ ਦਾ ਰਿਜ਼ਲਟ ਹੈ, ਉਹ ਮੈਂ ਕਿਸੇ ਥਰਡ ਵੇਰੀਏਬਲ ਦੇ ਵਿੱਚ ਇਨਪੁਟ ਕਰਵਾਉਣਾ ਹੈ। ਫॉर दैट आई विल यूज असाइनमेंट ऑपरेटर। then assignment operator basically we consider here is equal to sign, ठीक है जी। let us consider an example z equal to x plus y। सो x प्लस y ਦਾ ਮਤਲਬ ਕੀ ਹੈ, ਜੋ ਵੈਲਿਊ ਇਨਪੁਟ ਕਰਾਈ x ਵੇਰੀਏਬਲ ਦੇ ਵਿੱਚ, ਜੋ ਵੈਲਿਊ ਇਨਪੁਟ ਕਰਵਾਈ y ਵੇਰੀਏਬਲ ਦੇ ਵਿੱਚ, ਦੋਨਾਂ ਤੇ ਐਡੀਸ਼ਨ ਆਪਰੇਸ਼ਨ ਪਰਫਾਰਮ ਕੀਤਾ ਤੇ ਉਹਨਾਂ ਨੂੰ ਮੈਂ ਕਿਹਦੇ ਵਿੱਚ ਸਟੋਰ ਕਰ ਰਿਹਾ, ਉਹਦਾ ਐਡੀਸ਼ਨ ਜਿਹੜੀ ਉਹਦਾ ਰਿਜ਼ਲਟੈਂਟ ਹੈ z ਵੇਰੀਏਬਲ ਦੇ ਵਿੱਚ। ਸੋ ਉਹਦੇ ਲਈ ਮੈਂ ਜਿਹੜੇ ਆਪਰੇਟਰ ਦੀ ਵਰਤੋਂ ਕਰ ਰਿਹਾ ਉਹ ਅਸਾਈਨਮੈਂਟ ਆਪਰੇਟਰ ਹੈ, ਠੀਕ ਹੈ। ਸੋ ਫਸਟ ਇਹਦੇ ਅੰਡਰ ਆਪਰੇਟਰ ਇਕੁਅਲ ਟੂ ਹੈ, दैट इज x इक्वल टू y। then plus equal to basically ਉਹਦੀ another form ਹੈ x equal to x plus y, ਜਾਂ ਉਹਨੂੰ ਲਿਖ ਸਕਦੇ ਹਾਂ ਆਪਾਂ x plus equal to y। ਜਿਹੜਾ ਆਪਰੇਸ਼ਨ ਪਰਫਾਰਮ ਹੋਏਗਾ ਉਹ ਸਿਮਿਲਰ ਆਪਰੇਸ਼ਨ ਹੋਏਗਾ। so similarly we have minus equal to, then multiply equal to, then we have divide equal to, modulus equal to। clear। so ਉਸ ਤੋਂ ਬਾਅਦ ਆਪਣੇ ਕੋਲੇ ਆ ਜਾਂਦੇ ਨੇ ਜੀ ਯੂਨਰੀ ਆਪਰੇਟਰਸ। ਇਹਦੇ ਵਿੱਚ ਆਪਣੇ ਕੋਲ ਦੋ ਅੱਗੇ ਸਬ ਕੈਟੇਗਰੀਜ਼ ਨੇ, ਇੰਕਰੀਮੈਂਟ, ਡਿਕਰੀਮੈਂਟ ਆਪਰੇਟਰਸ। ਇੰਕਰੀਮੈਂਟ ਆਪਰੇਟਰਸ ਜੋ ਵੀ ਵੇਰੀਏਬਲ ਦੇ ਵਿੱਚ ਵੈਲਿਊ ਹੁੰਦੀ ਹੈ ਉਹਨੂੰ ਇੰਕਰੀਮੈਂਟ ਕਰਦੇ ਆ ਬਾਈ 1, ਤੇ ਜਿਹੜੇ ਡਿਕਰੀਮੈਂਟ ਆਪਰੇਟਰਸ ਨੇ ਉਹ ਜੋ ਵੀ ਵੇਰੀਏਬਲ ਦੇ ਵਿੱਚ ਵੈਲਿਊ ਹੁੰਦੀ ਹੈ ਉਹਨੂੰ ਡਿਕਰੀਜ਼ ਕਰਦੇ ਆ ਬਾਈ 1। ਐਂਡ both increment and decrement operators have further two subtypes। पहली है अपने को पोस्ट फिक्स, सेकंड वन इज प्री फिक्स। पोस्ट फिक्स ਦੇ ਵਿੱਚ ਕੀ ਹੁੰਦਾ ਹੈ, ਪਹਿਲਾਂ ਵੈਲਿਊ ਸਟੋਰ ਹੁੰਦੀ ਹੈ, ਉਸ ਤੋਂ ਬਾਅਦ ਉਸ ਵੈਲਿਊ ਤੇ ਇਨਕਰੀਮੈਂਟ ਆਪਰੇਸ਼ਨ ਪਰਫਾਰਮ ਕੀਤਾ ਜਾਂਦਾ ਹੈ। ਪ੍ਰੀ ਦੇ ਵਿੱਚ ਕੀ ਹੈ, ਪਹਿਲਾ ਇਨਕਰੀਮੈਂਟ ਆਪਰੇਸ਼ਨ ਪਰਫਾਰਮ ਹੁੰਦਾ ਹੈ, ਉਸ ਤੋਂ ਬਾਅਦ ਉਸ ਵੈਲਿਊ ਨੂੰ
थर्ड वेरिएबल ਦੇ ਵਿੱਚ ਆਪਾਂ ਸਟੋਰ ਕਰਦੇ ਹਾਂ ਕਲੀਅਰ then we have input oblique output functions so ਇਸ ਸਲਾਈਡ ਦੇ ਵਿੱਚ ਆਪਾਂ ਜਿਹੜੇ ਇਨਪੁਟ ਆਊਟਪੁਟ ਫੰਕਸ਼ਨਸ ਨੂੰ ਡਿਸਕਸ ਕਰਨ ਜਾ ਰਹੇ ਹਾਂ those are printf and scan ਜਿਹੜਾ printf ਫੰਕਸ਼ਨ ਹੈ ਉਹ ਬੇਸਿਕਲੀ ਆਪਾਂ ਯੂਜ਼ ਕਰਦੇ ਹਾਂ ਐਜ਼ ਐਨ ਆਊਟਪੁੱਟ ਫੰਕਸ਼ਨ ਜਿਹੜਾ scanf ਆਪਾਂ ਯੂਜ਼ ਕਰਦੇ ਹਾਂ ਐਜ਼ ਐਨ ਇਨਪੁਟ ਫੰਕਸ਼ਨ ਜਦੋਂ ਵੀ ਆਪਾਂ ਕੋਈ ਦੋ ਵੈਲਿਊਜ਼ ਨੂੰ ਇਨਪੁਟ ਕਰਵਾਉਣਾ ਹੈ ਕੋਈ ਵੀ ਆਪਰੇਸ਼ਨ ਪਰਫਾਰਮ ਕਰਨ ਲਈ ਉਹਦੇ ਵਿੱਚ ਆਪਾਂ scanf ਫੰਕਸ਼ਨ ਯੂਜ਼ ਕਰਾਂਗੇ ਫॉर एग्जांपल मैं सिंपल इंटरेस्ट कैलकुलेट करना है सिंपल इंटरेस्ट कैलकुलेट करने लिए मेरे इनपुट्स की रहेंगे प्रिंसिपल वैल्यू रेट ऑफ इंटरेस्ट टाइम पीरियड ठीक है जी सो फॉर दैट आई विल यूज scanf function to input the value for principal amount for rate of interest as well as for time period clear ਉਦੋਂ ਬਾਅਦ ਜਦੋਂ ਕੈਲਕੂਲੇਸ਼ਨ ਪਰਫਾਰਮ ਕਰ ਲਈ then what would be my last target ਜਿਹੜਾ ਉਹਦਾ ਰਿਜ਼ਲਟ ਹੈ that I have to display the result on the output screen ठीक है जी for that I will use printf function so printf ਕੀ ਕਰੇਗਾ ਜੋ ਉਹਨਾਂ ਦੀ ਕੈਲਕੂਲੇਸ਼ਨ ਦਾ ਰਿਜ਼ਲਟ ਹੈ ਉਹਨੂੰ ਆਊਟਪੁੱਟ ਸਕਰੀਨ ਤੇ ਡਿਸਪਲੇ ਕਰ ਦੇਗਾ ਸੋ scanf ਤੇ printf ਸਭ ਤੋਂ ਪਹਿਲਾਂ ਤਾਂ ਇਹਨਾਂ ਦੇ ਵਿੱਚ ਡਿਫਰੈਂਸ ਕਲੀਅਰ ਹੋਣਾ ਚਾਹੀਦਾ ਹੈ ਵੀ ਜਿਹੜਾ scanf ਹੈ ਉਹ ਆਪਾਂ ਇੱਕ ਇਨਪੁਟ ਫੰਕਸ਼ਨ ਦੀ ਤਰ੍ਹਾਂ ਯੂਜ਼ ਕਰਦੇ ਹਾਂ printf ਨੂੰ ਆਊਟਪੁੱਟ ਦੀ ਤਰ੍ਹਾਂ ਯੂਜ਼ ਕਰਦੇ ਹਾਂ ਆਊਟਪੁੱਟ ਮੀਨਸ ਜੋ ਤੁਹਾਡੇ ਕੈਲਕੂਲੇਸ਼ਨ ਦਾ ਰਿਜ਼ਲਟ ਹੈ ਉਹਨੂੰ ਕੰਪਿਊਟਰ ਸਕਰੀਨ ਤੇ ਡਿਸਪਲੇ ਕਰਵਾਉਣ ਲਈ ਇਨਪੁਟ ਮੀਨਸ ਕੋਈ ਵੀ ਵੈਲਿਊਜ਼ ਨੂੰ ਜਦੋਂ ਆਪਾਂ ਯੂਜ਼ਰ ਤੋਂ ਇਨਪੁਟ ਕਰਵਾਉਣਾ ਹੈ ਫॉर दैट वी विल यूज scanf फंक्शन क्लियर सो ਇਹਨਾਂ ਦੇ ਪ੍ਰੀ ਡਿਫਾਈਨ ਸਿੰਟੈਕਸਸ ਨੇ ਜਿਨ੍ਹਾਂ ਦੇ ਨਾਲ ਆਪਾਂ ਜਿਨ੍ਹਾਂ ਨੂੰ ਯੂਜ਼ ਕਰਕੇ ਵੈਲਿਊਜ਼ ਨੂੰ ਇਨਪੁਟ ਕਰਾ ਸਕਦੇ ਹਾਂ ਤੇ ਵੈਲਿਊ ਨੂੰ ਆਊਟਪੁੱਟ ਤੇ ਡਿਸਪਲੇ ਕਰਾ ਸਕਦੇ ਹਾਂ ਤੇ ਜਿਹੜੇ ਉਹ ਸਿੰਟੈਕਸਸ ਨੇ ਉਹ ਆਪਾਂ ਨੈਕਸਟ ਲੈਕਚਰ ਦੇ ਵਿੱਚ ਜਿਹੜਾ ਹੈ ਉਹਨੂੰ ਡਿਸਕਸ ਕਰਾਂਗੇ ਡਿਟੇਲ ਦੇ ਵਿੱਚ ਸੋ ਇਹ ਸੀਗਾ ਆਪਣਾ ਥਰਡ ਲੈਕਚਰ basically related to the introduction to the C language ठीक है जी so thank you